हाँ जी, सत श्री अकाल जी सारिਆਂ ਨੂੰ। ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਪਰ। ਤਾਂ ਅੱਜ ਆਪਾਂ ਜਿਹੜਾ ਹੈਗਾ ਟੀਚਿੰਗ ਲਰਨਿੰਗ ਪ੍ਰੋਸੈਸ ਦਾ ਪੇਪਰ ਦਾ ਜਿਹੜਾ ਹੈ ਫਸਟ ਯੂਨਿਟ ਕਰ ਰਹੀ ਸੀ ਸਿਲੇਬਸ ਦੇ ਵਿੱਚੋਂ ਸੈਕਸ਼ਨ ਏ ਦੇ ਵਿੱਚੋਂ ਟੀਚਿੰਗ ਦੀ, ਜਿਹਦੇ ਵਿੱਚ ਆਪਾਂ ਨੇ ਪਹਿਲਾਂ ਟੀਚਿੰਗ ਦਾ ਕਨਸੈਪਟ ਕੀਤਾ ਸੀ। ਉਸ ਤੋਂ ਬਾਅਦ ਆਪਾਂ ਨੇ ਟੀਚਿੰਗ ਦੇ ਨੇਚਰ ਐਂਡ ਕਰੈਕਟਰਿਸਟਿਕਸ ਕੀਤੀਆਂ। ਤਾਂ ਅੱਜ ਆਪਾਂ ਜਿਹੜਾ ਕਰਨ ਜਾ ਰਹੇ ਹਾਂ ਉਹ ਹੈਗਾ ਪ੍ਰਿੰਸੀਪਲਸ ਆਫ ਟੀਚਿੰਗ। ਤਾਂ ਪ੍ਰਿੰਸੀਪਲਸ ਦੇ ਮਤਲਬ ਕਿ ਅਧਿਆਪਨ ਹੈ ਜਿਹੜਾ ਉਹਦੇ ਕੀ ਸਿਧਾਂਤ ਹੁੰਦੇ ਨੇ, ਮਤਲਬ ਕਿ ਕਿਹੜੇ ਸਿਧਾਂਤਾਂ ਨੂੰ ਮੁੱਖ ਰੱਖ ਕੇ ਕਲਾਸ ਦੇ ਵਿੱਚ ਜਿਹੜਾ ਟੀਚਰ ਹੈ ਉਹਦੇ ਦੁਆਰਾ ਟੀਚਿੰਗ ਕਰਾਈ ਜਾਂਦੀ ਹੈ। ਤਾਂ ਇੱਥੇ ਆਪਾਂ ਪਹਿਲਾਂ ਇਹਨਾਂ ਦੀਆਂ ਪ੍ਰਿੰਸੀਪਲਸ ਦੀਆਂ ਟਾਈਪਸ ਕਰ ਲੈਂਦੇ ਹਾਂ ਕਿ ਕਿੰਨੀਆਂ ਟਾਈਪਸ ਹੁੰਦੀਆਂ ਨੇ। ਮੇਨਲੀ ਇਹਦੀਆਂ ਮਤਲਬ ਕਿ ਜਿਹੜੀਆਂ ਟਾਈਪਸ ਨੇ, ਦੇਅਰ ਆਰ 2 ਟਾਈਪਸ ਆਫ ਦੀ ਪ੍ਰਿੰਸੀਪਲਸ ਆਫ ਟੀਚਿੰਗ। ਫਸਟ ਵਨ ਇਜ਼ ਅ ਜਨਰਲ ਪ੍ਰਿੰਸੀਪਲ ਆਫ ਟੀਚਿੰਗ ਐਂਡ ਸੈਕਿੰਡ ਵਨ ਇਜ਼ ਅ ਸਾਈਕੋਲੋਜੀਕਲ ਪ੍ਰਿੰਸੀਪਲਸ ਆਫ ਟੀਚਿੰਗ। ਮੀਨਿੰਗ ਕਿ ਸਧਾਰਨ ਸਿਧਾਂਤ ਹੁੰਦੇ ਨੇ ਅਧਿਆਪਨ ਦੇ ਅਤੇ ਮਨੋਵਿਗਿਆਨਿਕ ਸਿਧਾਂਤ ਹੁੰਦੇ ਨੇ ਅਧਿਆਪਨ ਦੇ। ਤਾਂ ਪਹਿਲਾਂ ਆਪਾਂ ਗੱਲ ਕਰ ਲਾਂਗੇ ਜਨਰਲ ਪ੍ਰਿੰਸੀਪਲਸ ਦੀ। ਤਾਂ ਫਸਟ ਇਹਦੇ ਵਿੱਚ ਪ੍ਰਿੰਸੀਪਲ ਹੈਗਾ ਪ੍ਰਿੰਸੀਪਲ ਆਫ ਡਿਫਾਈਨਿਟਨੈਸ ਆਫ ਗੋਲਸ ਔਰ ਆਬਜੈਕਟਿਵਸ। ਕਿ ਜਿਹੜਾ ਪਹਿਲਾ ਸਿਧਾਂਤ ਕੀ ਹੁੰਦਾ ਹੈ ਕਿ ਜਦੋਂ ਕਲਾਸ ਦੇ ਵਿੱਚ ਟੀਚਿੰਗ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਜਿਹੜਾ ਹੈਗਾ ਸਾਨੂੰ ਆਪਦਾ ਜਿਹੜਾ ਗੋਲ ਹੈ ਜਾਂ ਸਾਡਾ ਜਿਹੜਾ ਏਮ ਹੈ, ਸਾਡਾ ਆਬਜੈਕਟਿਵ ਹੈ, ਮਤਲਬ ਕਿ ਸਾਡਾ ਉਦੇਸ਼ ਜੋ ਹੈ ਟੀਚਿੰਗ ਕਰਨ ਦਾ ਉਹ ਪਹਿਲਾਂ ਹੀ ਫਿਕਸ ਹੋਣਾ ਚਾਹੀਦਾ ਸਾਡਾ। ਟੀਚਿੰਗ ਸ਼ੁੱਡ ਸਟਾਰਟ ਵਿਦ ਡਿਫਾਈਨਿੰਗ ਏਮ ਐਂਡ ਆਬਜੈਕਟਿਵਸ। ਜਦੋਂ ਅਸੀਂ ਟੀਚਿੰਗ ਨੂੰ ਸਟਾਰਟ ਕਰਨਾ ਤਾਂ ਸਟਾਰਟ ਹੋਣ ਤੋਂ ਪਹਿਲਾਂ ਹੀ ਜਿਹੜੀ ਟੀਚਿੰਗ ਹੈ ਉਹਦੇ ਵਿੱਚ ਡਿਫਾਈਨ ਹੋ ਜਾਣਾ ਚਾਹੀਦਾ ਸਾਡਾ ਜਿਹੜਾ ਏਮ ਹੁੰਦਾ, ਸਾਡਾ ਉਦੇਸ਼ ਹੁੰਦਾ ਟੀਚ ਕਰਵਾਉਣ ਦਾ। ਦੀ ਟੀਚਰ ਐਂਡ ਸਟੂਡੈਂਟ ਮਸਟ ਬੀ ਕਲੀਅਰ ਅਬਾਊਟ ਦੀ ਗੋਲਸ ਆਫ ਟੀਚਿੰਗ ਲਰਨਿੰਗ। ਜਿਹੜੇ ਸਟੂਡੈਂਟ ਹੁੰਦੇ ਨੇ ਅਤੇ ਟੀਚਰਸ ਹੁੰਦੇ ਨੇ ਉਹਨਾਂ ਦੋਨਾਂ ਨੂੰ ਬੋਥ ਜਿਹੜੇ ਹੈਗੇ ਨੇ ਉਹਨਾਂ ਨੂੰ ਖੁਦ ਦੇ ਗੋਲ ਹੈ ਜਿਹੜੇ ਉਹ ਟੀਚਿੰਗ ਲਰਨਿੰਗ ਪ੍ਰੋਸੈਸ ਦੇ ਵਿੱਚ ਅਧਿਆਪਨ ਕਰਨ ਦੇ ਲਈ ਅਤੇ ਸਿੱਖਣ ਦੇ ਲਈ ਦੋਨਾਂ ਨੂੰ ਹੀ ਜਿਹੜੇ ਏਮ ਆ ਉਹ ਆਪਦੇ ਕਲੀਅਰ ਹੋਣੇ ਚਾਹੀਦੇ ਆ। ਇਟ ਹੈਲਪਸ ਦੈਮ ਟੂ ਬੀ ਔਨ ਦੀ ਟਰੈਕ। ਇਹ ਜਿਹੜਾ ਸਿਸਟਮ ਹੈ ਗੋਲ ਕਲੀਅਰ ਹੋਣ ਵਾਲਾ, ਮਤਲਬ ਕਿ ਜਦੋਂ ਤੁਹਾਨੂੰ ਤੁਹਾਡਾ ਏਮ ਪਤਾ ਹੈ ਕਿ ਅਸੀਂ ਟੀਚਿੰਗ ਕਿਉਂ ਕਰ ਰਹੇ ਹਾਂ ਜਾਂ ਸਟੂਡੈਂਟ ਨੂੰ ਆਪਦਾ ਏਮ ਪਤਾ ਹੈ ਕਿ ਅਸੀਂ ਇਸ ਟੀਚਿੰਗ ਨੂੰ ਸੁਣ ਕੇ ਲਰਨ ਕੀ ਕਰ ਰਹੇ ਹਾਂ, ਤਾਂ ਇਹ ਚੀਜ਼ ਦੇ ਵਿੱਚ ਹੈਲਪ ਹੋ ਜਾਂਦੀ ਹੈ ਕਿ ਜੋ ਟੀਚਿੰਗ ਲਰਨਿੰਗ ਦਾ ਪ੍ਰੋਸੈਸ ਹੈ ਇਹ ਟਰੈਕ ਦੇ ਉੱਪਰ ਚੱਲਦਾ। ਵੈਨ ਦੀ ਗੋਲਸ ਐਂਡ ਆਬਜੈਕਟਿਵਸ ਆਫ ਲੈਸਨ ਆਰ ਡੈਟਰਮਾਈਂਡ ਪ੍ਰੋਪਰਲੀ ਇਟ ਵਿਲ ਹੈਲਪ ਦੀ ਟੀਚਰਸ ਟੂ ਪਲਾਨ, ਐਗਜ਼ੀਕਿਊਟ ਐਂਡ ਐਵੈਲੂਏਟ ਦੀ ਫੇਜ਼ ਆਫ ਟੀਚਿੰਗ ਲਰਨਿੰਗ ਪ੍ਰੋਸੈਸ। ਤਾਂ ਇਹ ਜਦੋਂ ਹੀ ਮਤਲਬ ਕਿ ਤੁਹਾਡੇ ਆਬਜੈਕਟਿਵਸ ਔਰ ਗੋਲਸ ਆ ਜਿਹੜੇ ਉਹ ਫਾਈਨਲ ਹੋ ਜਾਂਦੇ ਨੇ, ਡੈਟਰਮਾਈਨ ਹੋ ਜਾਂਦੇ ਨੇ, ਦੈਨ ਪ੍ਰੋਪਰਲੀ ਟੀਚਰ ਦੀ ਹੈਲਪ ਹੁੰਦੀ ਹੈ ਲੈਸਨ ਨੂੰ ਪਲਾਨ ਕਰਨ ਦੇ ਵਿੱਚ, ਲੈਸਨ ਨੂੰ ਐਗਜ਼ੀਕਿਊਟ ਕਰਨ ਦੇ ਲਈ। ਅਤੇ ਜਿਹੜੇ ਤੁਹਾਡਾ ਟੀਚਿੰਗ ਲਰਨਿੰਗ ਪ੍ਰੋਸੈਸ ਦਾ ਜਿਹੜਾ ਫੇਜ਼ ਹੈ ਕਿ ਜੋ ਤੁਸੀਂ ਮਤਲਬ ਕਿ ਪੜ੍ਹਾ ਰਹੇ ਹੋ ਕਲਾਸ ਦੇ ਵਿੱਚ, ਤੁਹਾਡਾ ਕੀ ਏਮ ਹੈ ਇਸ ਚੀਜ਼ ਨੂੰ, ਕੀ ਜੋ ਤੁਸੀਂ ਪੜ੍ਹਾਇਆ ਉਹਦੇ ਵਿੱਚ ਬੱਚਿਆਂ ਨੇ ਕੀ ਸਿੱਖਿਆ, ਇਸ ਚੀਜ਼ ਦੀ ਇਵੈਲੂਏਸ਼ਨ ਦੇ ਵਿੱਚ ਜਿਹੜਾ ਹੈਗਾ ਤੁਹਾਡੀ ਹੈਲਪ ਹੋ ਜਾਂਦੀ ਹੈ। ਨੈਕਸਟ ਵਨ ਹੈ ਸੈਕਿੰਡ ਪੁਆਇੰਟ ਪ੍ਰਿੰਸੀਪਲ ਆਫ ਪਲਾਨਿੰਗ। ਯੋਜਨਾਬੰਦੀ ਦਾ ਸਿਧਾਂਤ ਕਹਿੰਦੇ ਆ ਇਹਨੂੰ ਆਪਾਂ ਪੰਜਾਬੀ ਦੇ ਵਿੱਚ। ਪਲੈਨਿੰਗ ਇਨ ਟੀਚਿੰਗ ਇਜ਼ ਅ ਵੈਰੀ ਇੰਪੋਰਟੈਂਟ ਸਟੈਪ। ਜਿਹੜੀ ਪਲੈਨਿੰਗ ਹੈ ਉਹ ਟੀਚਿੰਗ ਦੇ ਵਿੱਚ ਮੋਸਟ ਇੰਪੋਰਟੈਂਟ ਸਟੈਪ ਹੁੰਦੀ ਹੈ। ਮੋਸਟ ਇੰਪੋਰਟੈਂਟ ਪਾਰਟ ਆਫ ਦੀ ਟੀਚਿੰਗ ਇਜ਼ ਅ ਪਲਾਨਿੰਗ। ਟੀਚਰਸ ਮਸਟ ਪਲਾਨ ਪ੍ਰੋਪਰਲੀ ਬਿਫੋਰ ਕਮਿੰਗ ਟੂ ਐਕਚੁਅਲ ਕਲਾਸਰੂਮ ਟੀਚਿੰਗ। The successful teaching learning process highly depends on teachers' planning and execution in the class. The planning includes a lesson plan, teaching aids, strategy and methods of teaching. ਮੀਨਿੰਗ ਕਿ ਇਹਦੇ ਵਿੱਚ ਤੁਸੀਂ ਪਲਾਨਿੰਗ ਜਿਹੜਾ ਟੀਚਰ ਹੈਗਾ ਉਹ ਪਹਿਲਾਂ ਕਲਾਸ ਦੇ ਵਿੱਚ ਜਾਣ ਤੋਂ ਪਹਿਲਾਂ ਐਕਚੁਅਲ ਕਲਾਸਰੂਮ ਦੇ ਵਿੱਚ ਜਦੋਂ ਉਹਨੇ ਟੀਚਿੰਗ ਕਰਨੀ ਹੈ ਤਾਂ ਕਲਾਸ 'ਚ ਜਾਣ ਤੋਂ ਪਹਿਲਾਂ ਹੀ ਜਿਹੜਾ ਲੈਸਨ ਪਲਾਨ ਹੈ ਉਹਨੂੰ ਪਲਾਨ ਕਰਕੇ ਜਾਏਗਾ ਕਿ ਅੱਜ ਮੈਂ ਕੀ ਟੌਪਿਕ ਜਿਹੜਾ ਹੈ ਕਲਾਸ ਦੇ ਵਿੱਚ ਟੀਚ ਕਰਨਾ। ਤਾਂ ਪਲਾਨਿੰਗ ਦੇ ਵਿੱਚ ਇਹਦਾ ਫਸਟ ਵਨ ਹੈ ਟੌਪਿਕ ਦੀ ਲੈਸਨ ਪਲਾਨਿੰਗ ਹੋਏਗੀ। ਉਸ ਤੋਂ ਬਾਅਦ ਟੌਪਿਕ ਦੇ ਨਾਲ ਰਿਲੇਟਡ ਸਹਾਇਕ ਸਮੱਗਰੀ ਜਿਹਦੀ ਹੈਲਪ ਦੇ ਨਾਲ ਕਲਾਸ ਦੇ ਵਿੱਚ ਟੀਚਰ ਨੇ ਟੀਚ ਕਰਵਾਉਣਾ, ਟੀਚਿੰਗ ਏਡ ਉਹਦੀ ਪਲਾਨਿੰਗ ਹੁੰਦੀ ਹੈ ਕਿ ਕੀ ਲੈ ਕੇ ਜਾ ਰਿਹਾ ਮੈਂ ਕਲਾਸ ਦੇ ਵਿੱਚ, ਮਾਡਲ ਹੈ, ਚਾਰਟ ਹੈ, ਫਲੈਸ਼ ਕਾਰਡ ਹੈ, ਵਟ ਐਵਰ ਜੋ ਵੀ। ਉਸ ਤੋਂ ਬਾਅਦ ਸਟ੍ਰੈਟਜੀ ਆ ਦੀਆਂ ਰਣਨੀਤੀਆਂ, ਪੜ੍ਹਾਉਣ ਦੀਆਂ ਕੀ ਰਣਨੀਤੀਆਂ ਨੇ। ਦੈਨ ਮੈਥਡਸ ਆਫ ਟੀਚਿੰਗ, ਜਿਹੜੀ ਟੀਚਿੰਗ ਕਲਾਸ ਦੇ ਵਿੱਚ ਕੀਤੀ ਜਾਣੀ ਹੈ ਇਹ ਵਾਲਾ ਟੌਪਿਕ ਕਿਹੜੇ ਮੈਥਡ ਦੇ ਨਾਲ ਕਲਾਸ ਦੇ ਵਿੱਚ ਪੜ੍ਹਾਇਆ ਜਾਵੇਗਾ। ਡਿਸਕਸ਼ਨ ਮੈਥਡ ਹੋਏਗਾ, ਲੈਕਚਰ ਮੈਥਡ ਹੋਏਗਾ, ਸਟੋਰੀ ਟੈਲਿੰਗ ਮੈਥਡ ਹੋਏਗਾ। ਤਾਂ ਇਹਨਾਂ ਦੀ ਪਹਿਲਾਂ ਤੋਂ ਹੀ ਪਲਾਨਿੰਗ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ। ਨੈਕਸਟ ਥਰਡ ਵਨ ਹੈ ਪ੍ਰਿੰਸੀਪਲ ਆਫ ਫਲੈਕਸੀਬਿਲਿਟੀ ਐਂਡ elasticity. The teaching strategy must be flexible. It needs to be changed according to the classroom situations and the needs of students. Teachers should be imaginative and resourceful people so that they can adapt strategies according to the needs of the classroom environment. ਤਾਂ ਜਿਹੜਾ ਥਰਡ ਵਨ ਬਣਦਾ ਹੈ ਕਿ ਲਚਕਤਾ ਦਾ ਜਿਹੜਾ ਸਿਧਾਂਤ ਹੈ ਉਹ ਹੋਣਾ ਚਾਹੀਦਾ ਟੀਚਿੰਗ ਦੇ ਟਾਈਮ 'ਤੇ। ਮਤਲਬ ਕਿ ਉਹ ਟੀਚਿੰਗ ਦੇ ਵਿੱਚ ਜਿਹੜਾ ਲਚਕਤਾ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹ ਨਾ ਹੋਵੇ ਕਿ ਟੀਚਿੰਗ ਇੰਨੀ ਕੁ ਜ਼ਿਆਦਾ ਰਿਜਡ ਹੋਵੇ ਕਿ ਟੀਚਰ ਨੇ ਟੌਪਿਕ ਨੂੰ ਰੈਡੀ ਕੀਤਾ ਹੋਇਆ, ਪਲਾਨ ਕੀਤਾ ਹੋਇਆ ਅਤੇ ਉਹਨੂੰ ਫੁੱਲਫਿਲ ਹੀ ਕਰਨਾ ਜਾਂ ਕੰਪਲੀਟ ਹੀ ਕਰਨਾ ਕਲਾਸ ਦੇ ਵਿੱਚ। ਜਿਹੜੀ ਟੀਚਿੰਗ ਹੈ ਉਹ ਅਕੋਰਡਿੰਗ ਟੂ ਕਲਾਸਰੂਮ ਦੀ ਸਿਚੁਏਸ਼ਨ ਦੇ ਅਕੋਰਡਿੰਗਲੀ ਔਰ ਸਟੂਡੈਂਟਸ ਦੀ ਲੋੜ ਦੇ ਅਨੁਸਾਰ ਜਿਹੜੀ ਹੈ ਉਹ ਚੇਂਜ ਹੋ ਜਾਣੀ ਚਾਹੀਦੀ ਹੈ। ਕਿਉਂਕਿ ਜਿਹੜਾ ਟੀਚਰ ਹੈ
ਉਹ ਐਵੇਂ ਦਾ ਇੱਕ ਰਿਸੋਰਸਫੁਲ ਪਰਸਨ ਹੁੰਦਾ ਜੋ ਚੇਂਜ ਕਰ ਸਕਦਾ ਹਰ ਇੱਕ ਚੀਜ਼ ਨੂੰ ਅਕੋਰਡਿੰਗ ਟੂ ਕਲਾਸਰੂਮ ਇਨਵਾਇਰਨਮੈਂਟ। ਫੋਰਥ ਵਨ ਹੈ ਪ੍ਰਿੰਸੀਪਲ ਆਫ ਯੂਟੀਲਾਈਜੇਸ਼ਨ ਪਾਸਟ ਐਕਸਪੀਰੀਅੰਸ। ਤਾਂ ਜਿਹੜਾ ਟੀਚਰ ਸਿਧਾਂਤ ਹੋਣਾ ਚਾਹੀਦਾ ਕਿ ਜਿਹੜੇ ਟੀਚਰ ਦੇ ਪੁਰਾਣੇ ਅਨੁਭਵ ਕੀਤੇ ਹੋਏ ਨੇ, ਪੁਰਾਣੇ ਤਜਰਬੇ ਨੇ, ਉਹਨਾਂ ਨੂੰ ਵੀ ਉਹ ਕਲਾਸ ਦੇ ਵਿੱਚ ਉਹਨਾਂ ਦਾ ਵੀ ਪ੍ਰਯੋਗ ਕਰੇ। ਇਨ ਇਫੈਕਟਿਵ ਟੀਚਿੰਗ ਦੀ ਟੀਚਰ ਮਸਟ ਸਟਾਰਟ ਅ ਲੈਸਨ ਵਿਦ ਕੁਐਸਚਨ ਟੂ ਨੋ ਅਬਾਊਟ ਦੀ ਸਟੂਡੈਂਟਸ ਪ੍ਰੀਵੀਅਸ ਨੌਲੇਜ। ਪ੍ਰੀਰੀਅਰ ਨੌਲੇਜ ਕੁਡ ਰਿਡਿਊਸ ਦੀ ਕੋਗਨੇਟਿਵ ਲੋਡ ਲੀਡਿੰਗ ਟੂ ਬੈਟਰ ਲਰਨਿੰਗ ਐਂਗੇਜਮੈਂਟ। ਤਾਂ ਪਹਿਲਾਂ ਜਿਹੜਾ ਟੀਚਰ ਹੈ ਜੇ ਉਹਨੇ ਪ੍ਰਭਾਵਸ਼ਾਲੀ ਅਧਿਆਪਨ ਕਰਨਾ ਤਾਂ ਉਹਨੂੰ ਕਲਾਸ ਦੇ ਵਿੱਚ ਜਾ ਕੇ ਜਦੋਂ ਉਹਨੇ ਲੈਸਨ ਪਲਾਨ ਨੂੰ ਸ਼ੁਰੂ ਕਰਨਾ ਤਾਂ ਉਹ ਇੱਕ ਕੁਐਸਚਨ ਦੇ ਨਾਲ ਸ਼ੁਰੂ ਕਰਨਾ ਚਾਹੀਦਾ। ਮੀਨਿੰਗ ਕਿ ਉਸ ਕੁਐਸਚਨ ਦੇ ਵਿੱਚ ਉਹਨੇ ਬੱਚਿਆਂ ਦੀ ਜਿਹੜੀ ਹੈਗੀ ਹੈ ਟੀਚਰ ਦੁਆਰਾ ਪ੍ਰੀਵੀਅਸ ਨੌਲੇਜ ਮਤਲਬ ਕਿ ਪਿਛਲੇ ਗਿਆਨ ਦੀ, ਪੂਰਵ ਗਿਆਨ ਦੀ ਪਰਖ ਕੀਤੀ ਜਾਂਦੀ ਹੈ, ਕਿਉਂਕਿ ਇਹ ਹੈਲਪ ਕਰਦੀ ਹੈ ਤੁਹਾਡੀ ਜਿਹੜੀ ਲਰਨਿੰਗ ਹੈ ਸਟੂਡੈਂਟਸ ਨੂੰ ਤੁਸੀਂ ਕਰਵਾ ਰਹੇ ਹੋ, ਅਤੇ ਤੁਹਾਡੀ ਟੀਚਿੰਗ ਜਿਹੜੀ ਹੈਗੀ ਉਹਨਾਂ ਨੂੰ ਆਪਸ ਦੇ ਵਿੱਚ ਜੋੜਨ ਦੇ ਲਈ। ਨੈਕਸਟ ਹੈਗਾ ਪ੍ਰਿੰਸੀਪਲ ਆਫ ਚਾਈਲਡ ਸੈਂਟਰਡਨੈਸ। ਤਾਂ ਜਿਹੜੀ ਸਿਧਾਂਤ ਹੈਗਾ ਇਹ ਕਿ ਬਾਲ ਕੇਂਦਰਿਤ ਹੋਣੀ ਚਾਹੀਦਾ ਜਿਹੜਾ ਅਧਿਆਪਨ ਹੈ। ਦੀ ਮਾਡਰਨ ਐਜੂਕੇਸ਼ਨ ਸਿਸਟਮ ਇਜ਼ ਦੀ ਚਾਈਲਡ ਸੈਂਟਰਡਨੈਸ according to the national curriculum framework. The students are the active participants and the teachers are the facilitator. ਤਾਂ ਇੱਥੇ ਆਪਾਂ ਗੱਲ ਕਰ ਲੈਂਦੇ ਹਾਂ ਕਿ ਜਿਹੜਾ ਅੱਜ ਕੱਲ੍ਹ ਦਾ ਟਾਈਮ ਪੀਰੀਅਡ ਚੱਲ ਰਿਹਾ ਉਹ ਚਾਈਲਡ ਸੈਂਟਰਡ ਹੈ, ਮਤਲਬ ਕਿ ਬੱਚਿਆਂ ਦੇ ਅਨੁਸਾਰ ਬਾਲ ਕੇਂਦਰਿਤ ਸਿੱਖਿਆ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਅਤੇ ਬੱਚਿਆਂ ਦੇ ਅਨੁਸਾਰ ਹੀ ਉਹਨਾਂ ਨੂੰ ਕਲਾਸ ਦੇ ਵਿੱਚ ਪੜ੍ਹਾਇਆ ਜਾਂਦਾ ਹੈ। ਤਾਂ ਨੈਸ਼ਨਲ ਕਰੀਕੂਲਮ ਫਰੇਮਵਰਕ NCF ਉਹਦੇ ਵਿੱਚ ਵੀ ਇਹ ਚੀਜ਼ ਲਿਖੀ ਗਈ ਹੈ ਕਿ ਜਿਹੜਾ ਸਟੂਡੈਂਟਸ ਨੇ ਉਹ ਐਕਟਿਵ ਪਾਰਟੀਸਪੈਂਟਸ ਹੁੰਦੇ ਨੇ ਅਤੇ ਜਿਹੜੇ ਟੀਚਰ ਹੁੰਦੇ ਨੇ ਉਹ ਸਿਰਫ ਬੱਚਿਆਂ ਨੂੰ ਫੈਸਿਲਿਟੀ ਪ੍ਰੋਵਾਈਡ ਕਰਦੇ ਆ। ਸੋ ਦੀ ਟੀਚਿੰਗ ਸ਼ੁੱਡ ਬੀ ਅਕੋਰਡਿੰਗ ਟੂ ਦੀ ਚਾਈਲਡ ਨੀਡਸ, abilities and interest, and teaching should be activity based so that students can be learned with the active participants। ਮੀਨਿੰਗ ਕਿ ਜਿਹੜੀ ਇਸ ਕਰਕੇ ਉਹ ਕਹਿ ਰਹੇ ਨੇ ਕਿ ਜਿਹੜੀ ਟੀਚਿੰਗ ਆ ਉਹ ਬੱਚਿਆਂ ਦੀ ਲੋੜ ਦੇ ਅਨੁਸਾਰ, ਬੱਚਿਆਂ ਦੀਆਂ ਯੋਗਤਾਵਾਂ ਦੇ ਅਨੁਸਾਰ, ਬੱਚਿਆਂ ਦੀਆਂ ਰੁਚੀਆਂ ਦੇ ਅਨੁਸਾਰ ਹੋਣੀ ਚਾਹੀਦੀ ਹੈ, ਕਿਉਂਕਿ ਜੇ ਟੀਚਿੰਗ ਐਕਟੀਵਿਟੀ ਦੇ ਗਤੀਵਿਧੀ ਦੇ ਉੱਪਰ ਆਧਾਰਿਤ ਹੋਊਗੀ ਤਾਂ ਬੱਚੇ ਜਿਹੜੇ ਹੈਗੇ ਨੇ ਉਹ ਐਕਟਿਵ ਹੋ ਕੇ ਪੂਰੇ ਕਲਾਸ ਦੇ ਵਿੱਚ ਐਕਟਿਵ ਹੋ ਕੇ ਕੀ ਆ ਉਸ ਚੀਜ਼ ਨੂੰ ਸਿੱਖ ਸਕਦੇ ਨੇ। ਨੈਕਸਟ ਹੈ 6th ਪ੍ਰਿੰਸੀਪਲ ਬਣਦਾ ਪ੍ਰਿੰਸੀਪਲ ਆਫ ਮੇਕਿੰਗ ਪ੍ਰੋਵੀਜ਼ਨ ਫॉर ਇੰਡੀਵਿਜੂਅਲ ਡਿਫਰੈਂਸਿਸ। ਵਿਅਕਤੀਗਤ ਭਿੰਨਤਾਵਾਂ ਦਾ ਜਿਹੜਾ ਸਿਧਾਂਤ ਹੈ ਉਹਨੂੰ ਮੁੱਖ ਰੱਖਣਾ ਚਾਹੀਦਾ। ਐਜ਼ ਵੀ ਨੋ ਐਵਰੀ ਚਾਈਲਡ ਇਜ਼ ਡਿਫਰੈਂਟ ਫਰੋਮ ਈਚ ਅਦਰ, ਦੀ ਟੀਚਰ ਸ਼ੁੱਡ ਬੀ ਕੈਪਟ ਇਨ ਮਾਈਂਡ ਇੰਡੀਵਿਜੂਅਲ ਡਿਫਰੈਂਸਿਸ ਵਾਈਲ ਟੀਚਿੰਗ ਐਂਡ he should teach according to the children's abilities and interest। ਤਾਂ ਇੱਥੇ ਆਪਾਂ ਗੱਲ ਕਰ ਲੈਂਦੇ ਹਾਂ ਕਿ ਆਪਾਂ ਜਿਵੇਂ ਪਹਿਲਾਂ ਸਾਈਕੋਲੋਜੀ ਦੇ ਪੇਪਰ ਦੇ ਵਿੱਚ ਵੀ ਪੜ੍ਹਿਆ ਕਿ ਇੰਡੀਵਿਜੂਅਲ ਡਿਫਰੈਂਸਿਸ ਕੀ ਹੁੰਦੇ ਨੇ, ਕਿ ਇੱਕ ਹੁੰਦੇ ਨੇ ਇੰਟਰ ਇੰਡੀਵਿਜੂਅਲ, ਇੱਕ ਹੁੰਦੇ ਨੇ ਇੰਟਰਾ ਇੰਡੀਵਿਜੂਅਲ। ਇੰਟਰ ਇੰਡੀਵਿਜੂਅਲ ਡਿਫਰੈਂਸਿਸ ਹੁੰਦੇ ਨੇ ਕਿ ਜਿਹੜੇ ਆਪਾਂ ਇੱਕ ਦੂਜੇ ਤੋਂ ਅਲੱਗ ਆ, ਅਤੇ ਇੰਟਰਾ ਇੰਡੀਵਿਜੂਅਲ ਡਿਫਰੈਂਸਿਸ ਹੁੰਦੇ ਨੇ ਕਿ ਜਿਹੜੇ ਆਪਾਂ ਆਪਣੇ ਆਪ ਦੇ ਵਿੱਚ ਅਲੱਗ ਆ, ਟਾਈਮ ਟੂ ਟਾਈਮ ਆਪਣੇ ਸੁਭਾਅ ਦੇ ਵਿੱਚ, ਆਪਣੇ ਨੇਚਰ ਦੇ ਵਿੱਚ ਜਿਹੜੇ ਵੇਰੀਏਸ਼ਨਸ ਆਉਂਦੇ ਨੇ। ਤਾਂ ਇੱਥੇ ਟੀਚਰ ਨੇ ਜਦੋਂ ਗੱਲ ਕਰਨੀ ਆ ਤਾਂ ਟੀਚਰ ਨੇ ਜਦੋਂ ਕਲਾਸ ਦੇ ਵਿੱਚ ਟੀਚ ਕਰਨਾ ਹੈ ਤਾਂ ਉਹਨੇ ਹਰ ਇੱਕ ਸਟੂਡੈਂਟ ਨੂੰ ਧਿਆਨ ਵਿੱਚ ਰੱਖ ਕੇ ਹੀ ਕਲਾਸ ਦੇ ਵਿੱਚ ਟੀਚਿੰਗ ਕੀਤੀ ਜਾਂਦੀ ਹੈ। ਅਤੇ ਇਸ ਚੀਜ਼ ਨੂੰ ਕਰਨ ਦੇ ਲਈ ਜਿਹੜਾ ਟੀਚਰ ਹੈ ਉਹ ਬੱਚਿਆਂ ਦੇ ਇੰਡੀਵਿਜੂਅਲ ਡਿਫਰੈਂਸਿਸ ਨੂੰ ਆਪਦੇ ਮਾਈਂਡ ਦੇ ਵਿੱਚ ਰੱਖੂਗਾ, ਹਰ ਇੱਕ ਬੱਚੇ ਦੀ ਐਬਿਲਿਟੀ ਅਤੇ ਇੰਟਰਸਟ ਨੂੰ ਆਪਦੇ ਮਾਈਂਡ 'ਚ ਰੱਖੇਗਾ, ਕਿਉਂਕਿ ਇੱਥੇ ਇਹ ਹੁੰਦਾ ਕਲਾਸ ਦੇ ਵਿੱਚ ਕਿ ਕਈ ਬੱਚੇ ਤਾਂ ਈਜ਼ੀਲੀ ਲਰਨ ਕਰ ਲੈਂਦੇ ਨੇ, ਈਜ਼ੀਲੀ ਗੱਲ ਨੂੰ ਕੈਚ ਕਰਦੇ ਆ, ਬਟ ਕਈ ਬੱਚੇ ਸਲੋ ਲਰਨਰ ਹੁੰਦੇ ਨੇ। ਦੈਟਸ ਵਾਈ ਉਹਨਾਂ ਦੀ ਜਿਹੜੀ ਲਰਨਿੰਗ ਐਬਿਲਿਟੀ ਆ ਉਹ ਥੋੜ੍ਹੀ ਸਲੋ ਹੁੰਦੀ ਹੈ। ਤਾਂ ਟੀਚਰ ਨੂੰ ਦੋਨੋਂ ਪ੍ਰਕਾਰ ਦੇ ਬੱਚਿਆਂ ਦੇ ਨਾਲ ਜਿਹੜਾ ਹੈਗਾ ਮਿਕਸਅਪ ਹੋ ਕੇ ਅਤੇ ਦੋਨੋਂ ਪ੍ਰਕਾਰ ਦੇ ਬੱਚਿਆਂ ਦੇ ਅਕੋਰਡਿੰਗਲੀ ਕਲਾਸ ਦੇ ਵਿੱਚ ਟੀਚਿੰਗ ਕਰਨੀ ਚਾਹੀਦੀ ਹੈ। 7th ਵਨ ਹੈਗਾ ਪ੍ਰਿੰਸੀਪਲ ਆਫ ਲਿੰਕਿੰਗ ਵਿਦ ਐਕਚੁਅਲ ਲਾਈਫ। ਜਿਹੜੀ ਐਟ ਪ੍ਰੈਜ਼ੈਂਟ ਜਿਹੜੀ ਲਾਈਫ ਹੈ ਉਹਦੇ ਨਾਲ ਜਿਹੜਾ ਹੈਗਾ ਜੋੜ ਕੇ ਟੀਚਿੰਗ ਕਰਨੀ ਚਾਹੀਦੀ ਹੈ। ਅਕੋਰਡਿੰਗ ਟੂ ਦੀ NCF 2005 ਨੈਸ਼ਨਲ ਕਰੀਕੂਲਮ ਫਰੇਮਵਰਕ 2005 ਦੇ ਵਿੱਚ ਕੀ ਕਿਹਾ ਗਿਆ, ਦੀ ਲਰਨਿੰਗ ਸ਼ੁੱਡ ਗੋ ਬਿਯੋਂਡ ਦੀ 4 ਵਾਲਸ ਆਫ ਦੀ ਸਕੂਲ। ਜਿਹੜੀ ਲਰਨਿੰਗ ਕਰਵਾਉਣੀ ਹੈ ਬੱਚਿਆਂ ਨੂੰ ਉਹ ਸਕੂਲ ਦੀਆਂ ਚਾਰੋਂ ਕੰਧਾਂ ਤੋਂ ਸਾਈਡ ਤੋਂ ਵੀ ਕਰਵਾਈ ਜਾ ਸਕਦੀ ਹੈ। ਟੀਚਿੰਗ ਸ਼ੁੱਡ ਬੀ ਲਿੰਕਡ ਵਿਦ ਰੀਅਲ ਲਾਈਫ ਐਕਸਪੀਰੀਅੰਸ ਆਫ ਐਵਰੀਡੇ ਲਾਈਫ। It not only motivates students but also makes them easy to learn a lesson. In teaching lesson, teachers should give appropriate examples with the students' day-to-day life activities। ਤਾਂ ਇੱਥੇ ਉਹ ਕਹਿ ਰਹੇ ਨੇ ਕਿ ਜਿਹੜੀ ਟੀਚਿੰਗ ਆਪਾਂ ਨੇ ਕਰਨੀ ਹੈ, ਟੀਚਰ ਨੇ ਕਲਾਸ ਦੇ ਵਿੱਚ ਜਦੋਂ ਟੀਚਿੰਗ ਕਰਨੀ ਆ ਤਾਂ ਉਹ ਮਤਲਬ ਕਿ ਸਕੂਲ ਦੀ ਅਤੇ ਸਬਜੈਕਟ ਦੀ ਬਾਊਂਡਰੀ ਦੇ ਵਿੱਚ ਵੱਜ ਕੇ ਸਿਰਫ ਉਹਨਾਂ ਸਬਜੈਕਟ ਮੈਟਰ ਨਾ ਪੜ੍ਹਾਵੇ, ਈਵਨ ਦੈਟ ਜਿਹੜਾ ਸਬਜੈਕਟ ਮੈਟਰ ਹੈ ਉਹਨੂੰ ਰੀਅਲ ਲਾਈਫ ਦੇ ਨਾਲ ਕੋਰਲੇਟ ਕਰਕੇ ਰੀਅਲ ਲਾਈਫ ਦੇ ਐਕਸਪੀਰੀਅੰਸ ਜਿਹੜੇ ਅਸੀਂ ਡੇਲੀ ਦੇਖਦੇ ਹਾਂ ਆਪਦੀ ਲਾਈਫ ਦੇ ਵਿੱਚ ਉਹਨਾਂ ਨੂੰ ਜਿਹੜਾ ਹੈ ਯੂਜ਼ ਕਰਕੇ ਕਲਾਸ ਦੇ ਵਿੱਚ ਪੜ੍ਹਾਉਣਾ ਚਾਹੀਦਾ ਹੈ, ਜਿਹਦੇ ਨਾਲ ਕੀ ਹੈ ਬੱਚੇ ਇਕੱਲੇ ਇਹਦੇ ਨਾਲ ਮੋਟੀਵੇਟ ਨਹੀਂ ਹੁੰਦੇ, ਈਵਨ ਦੈਟ ਉਹਨਾਂ ਨੂੰ ਜਿਹੜਾ ਲੈਸਨ ਨੂੰ ਲਰਨ ਕਰਨ ਵਿੱਚ ਸਿੱਖਣ ਦੇ ਵਿੱਚ ਜਿਹੜਾ ਹੈਗਾ ਈਜ਼ੀ ਹੋ ਜਾਂਦਾ, ਕਿਉਂਕਿ ਜਦੋਂ ਐਗਜ਼ਾਮਪਲਸ ਰੀਅਲ ਲਾਈਫ ਦੀਆਂ ਹੋ ਜਾਂਦੀਆਂ, ਸਟੂਡੈਂਟਸ ਲਾਈਫ ਦੀਆਂ ਐਗਜ਼ਾਮਪਲਸ ਹੋ ਜਾਂਦੀਆਂ ਨੇ ਤਾਂ ਬੱਚਾ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਲਰਨਿੰਗ ਹੈ ਅਤੇ ਜਿਹੜੀ ਟੀਚਰ ਦੀ ਟੀਚਿੰਗ ਹੈ ਉਹਨਾਂ ਦੀ ਐਕਚੁਅਲ ਲਾਈਫ ਦੇ ਨਾਲ ਜੁੜ ਜਾਂਦੀ ਆ। ਨੈਕਸਟ ਹੈਗਾ ਪ੍ਰਿੰਸੀਪਲ ਆਫ ਕੋਰਲੇਟਿੰਗ ਵਿਦ ਅਦਰ ਸਬਜੈਕਟਸ। ਤਾਂ ਜਦੋਂ ਟੀਚਿੰਗ ਕਰਨੀ ਹੈ ਕਲਾਸ ਦੇ ਵਿੱਚ ਤਾਂ
ਜਿਹੜੀ ਹੈ ਸਾਰੇ ਸਬਜੈਕਟ ਦੇ ਨਾਲ ਕੋਰਲੇਟ ਕਰਕੇ ਕਰਨੀ ਚਾਹੀਦੀ। ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਸਾਈਕੋ ਦੇ ਵਿੱਚ ਇੰਡੀਵਿਜੂਅਲ ਡਿਫਰੈਂਸਿਸ ਬਾਰੇ ਆਪਾਂ ਗੱਲ ਕਰੀ ਸੀ। ਦੈਟ ਮੀਨਸ ਟੀਚਿੰਗ ਕੀ ਹੋਗੀ, ਅਦਰ ਸਬਜੈਕਟਸ ਦੇ ਨਾਲ ਕੋਰਲੇਟ ਹੋਗੀ। ਦੀ ਕੋਰਲੇਟਿੰਗ ਆਫ ਵਨ ਸਬਜੈਕਟ ਵਿਦ ਅਨਦਰ ਸਬਜੈਕਟ ਇਜ਼ ਵੈਰੀ ਇੰਪੋਰਟੈਂਟ ਇਨ ਆਰਡਰ ਟੂ ਕ੍ਰੀਏਟ ਇੰਟਰਸਟ ਇਨ ਦੀ ਸਬਜੈਕਟ ਦੇ ਵਿੱਚ ਇੰਟਰਸਟ ਕ੍ਰੀਏਟ ਕਰਨ ਦੇ ਲਈ, ਰੁਚੀ ਪੈਦਾ ਕਰਨ ਦੇ ਲਈ ਬੱਚਿਆਂ ਦੀ, ਤਾਂ ਇੱਕ ਸਬਜੈਕਟ ਨੂੰ ਦੂਜੇ ਸਬਜੈਕਟ ਦੇ ਨਾਲ ਜਿਹੜਾ ਹੈਗਾ ਜੋੜਨਾ ਚਾਹੀਦਾ ਹੈ। ਇਨ ਦੀ ਇਫੈਕਟਿਵ ਟੀਚਿੰਗ ਦੀ ਟੀਚਰਸ ਗਿਵਸ ਕੋਰਲੇਟਸ ਵਨ ਸਬਜੈਕਟ ਵਿਦ ਅਨਦਰ ਟੂ ਓਵਰਆਲ ਡਿਵੈਲਪਮੈਂਟ ਆਫ ਦੀ ਸਟੂਡੈਂਟਸ ਦੀ ਓਵਰਆਲ ਡਿਵੈਲਪਮੈਂਟ ਕਰਨ ਦੇ ਲਈ ਜਿਹੜਾ ਟੀਚਰ ਹੈ ਉਹ ਇੱਕ ਸਬਜੈਕਟ ਨੂੰ ਦੂਜੇ ਸਬਜੈਕਟ ਦੇ ਨਾਲ ਜੋੜ ਕੇ ਕਲਾਸ ਦੇ ਵਿੱਚ ਪੜ੍ਹਾ ਸਕਦਾ ਹੈ। ਪ੍ਰਿੰਸੀਪਲ ਆਫ ਇਫੈਕਟਿਵ ਸਟ੍ਰੈਟਰੀਜ਼ ਐਂਡ ਇੰਸਟਰਕਸ਼ਨਲ ਮਟੀਰੀਅਲਸ। ਤਾਂ ਹੁਣ ਇੱਥੇ ਉਹ ਗੱਲ ਕਰ ਰਹੇ ਨੇ ਕਿ ਜਿਹੜਾ ਹਦਾਇਤਾਂ ਦੇ ਨਾਲ ਭਰਪੂਰ ਜਿਹੜਾ ਸਾਡੇ ਕੋਲ ਸਮੱਗਰੀ ਹੁੰਦੀ ਆ ਉਹ, ਅਤੇ ਜਿਹੜੀਆਂ ਪ੍ਰਭਾਵਿਕ ਰਣਨੀਤੀਆਂ ਹੁੰਦੀਆਂ ਨੇ ਉਹਨਾਂ ਦਾ ਸਿਧਾਂਤ ਹੋਣਾ ਚਾਹੀਦਾ ਜਦੋਂ ਟੀਚਿੰਗ ਕਰਾਉਣੀ ਹੈ। ਇਫੈਕਟਿਵ ਸਟ੍ਰੈਟਰੀਜ਼ ਇਨ ਦੀ ਟੀਚਿੰਗ ਆਰ ਵੈਰੀ ਇੰਪੋਰਟੈਂਟ। ਜਿਹੜੀਆਂ ਪ੍ਰਭਾਵਸ਼ਾਲੀ ਰਣਨੀਤੀਆਂ ਹੁੰਦੀਆਂ ਨੇ ਬਹੁਤ ਜ਼ਿਆਦਾ ਮਹੱਤਵਪੂਰਨ ਨੇ ਟੀਚਿੰਗ ਦੇ ਵਿੱਚ, ਅਧਿਆਪਨ ਦੇ ਵਿੱਚ। ਦੀ ਟੀਚਰ ਸ਼ੁੱਡ ਅਡੋਪਟ ਇਫੈਕਟਿਵ ਟੀਚਿੰਗ ਮੈਥਡਸ ਸੋ ਦੈਟ students can gain maximum knowledge and the teaching aid and the other instructional material should be used effectively। ਤਾਂ ਟੀਚਰ ਨੂੰ ਕਲਾਸ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਵਧੀਆ ਜਿਹੜਾ ਟੀਚਿੰਗ ਮੈਥਡ ਆ, ਉਹਨੇ ਕਿਹੜੇ ਮੈਥਡ ਨਾਲ ਪੜ੍ਹਾਉਣਾ ਹੈ, ਤਾਂ ਉਹ ਇਫੈਕਟਿਵ ਮੈਥਡ ਯੂਜ਼ ਕਰਨਾ ਚਾਹੀਦਾ ਜਿਹਦੇ ਨਾਲ ਬੱਚੇ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਜਾਣਕਾਰੀ ਉਹ ਹਾਸਲ ਕਰ ਸਕਦੇ ਨੇ। ਟੀਚਿੰਗ ਏਡ ਯੂਜ਼ ਕਰਨਾ ਚਾਹੀਦਾ। ਟੀਚਿੰਗ ਏਡ ਦੇ ਨਾਲ ਜਿਹੜਾ ਕਿ ਹੋ ਸਕਦਾ ਪੋਸੀਬਲ, ਉਹਨੂੰ ਹੋਰ ਤਰ੍ਹਾਂ ਦਾ ਜਿਹੜਾ ਮਟੀਰੀਅਲ ਹੈ ਉਹ ਵੀ ਕਲਾਸ ਦੇ ਵਿੱਚ ਲੈ ਕੇ ਜਾਣਾ ਚਾਹੀਦਾ। ਪ੍ਰਿੰਸੀਪਲ ਆਫ ਐਕਟਿਵ ਪਾਰਟੀਸਪੇਸ਼ਨ ਐਂਡ ਇਨਵੋਲਵਮੈਂਟ। ਤਾਂ ਜਿਹੜੀ ਹੈਗੀ ਆ ਮਤਲਬ ਕਿ ਬੱਚਿਆਂ ਦੀ ਭਾਗੀਦਾਰ ਹੋਣੇ ਚਾਹੀਦੇ ਆ ਬੱਚੇ, ਅਤੇ ਉਹਨਾਂ ਦੀ ਇਨਵੋਲਵਮੈਂਟ ਹੋਣੀ ਚਾਹੀਦੀ ਹੈ ਕਲਾਸ ਦੇ ਵਿੱਚ ਜਦੋਂ ਟੀਚਿੰਗ ਹੋ ਰਹੀ ਹੈ। ਇਹ ਨਾ ਹੋਣ ਕਿ ਬੱਚੇ ਜਿਹੜੇ ਹੈਗੇ ਨੇ ਸਿਰਫ ਚੁੱਪ ਕਰਕੇ ਬੈਠੇ ਸੁਣ ਰਹੇ ਆ ਅਤੇ ਕਲਾਸ ਦੇ ਵਿੱਚ ਟੀਚਰ ਆ ਜਿਹੜਾ ਉਹ ਟੀਚ ਕਰ ਰਿਹਾ। ਇਨ ਮਾਡਰਨ ਡੇ ਐਜੂਕੇਸ਼ਨ ਟੀਚਿੰਗ ਐਂਡ ਲਰਨਿੰਗ ਮਸਟ ਬੀ ਚਾਈਲਡ ਸੈਂਟਰਡ ਸੋ ਦੈਟ ਚਿਲਡਰਨ ਆਰ ਐਕਟਿਵਲੀ ਪਾਰਟੀਸਪੇਟ ਇਨ ਲਰਨਿੰਗ। ਦੀ ਟੀਚਰ ਸ਼ੁੱਡ ਯੂਜ਼ ਦੀ ਐਕਟੀਵਿਟੀ ਬੇਸਡ ਟੀਚਿੰਗ ਮੈਥਡ ਸੋ ਦੈਟ ਦੀ ਮੈਕਸੀਮਮ ਨੰਬਰ ਆਫ ਸਟੂਡੈਂਟਸ ਕੈਨ ਬੀ ਇਨਵੋਲਵਡ ਐਂਡ ਐਕਟਿਵ ਪਾਰਟੀਸਪੈਂਟਸ ਇਨ ਦੀ ਟੀਚਿੰਗ ਲਰਨਿੰਗ ਪ੍ਰੋਸੈਸ। ਤਾਂ ਇੱਥੇ ਉਹ ਗੱਲ ਕਰ ਰਹੇ ਨੇ ਕਿ ਅੱਜ ਕੱਲ੍ਹ ਦੇ ਟਾਈਮ ਪੀਰੀਅਡ ਦੇ ਵਿੱਚ ਕੀ ਹੈ ਕਿ ਜਿਹੜੀ ਅਧਿਆਪਨ ਅਤੇ ਸਿੱਖਣ ਆ ਉਹ ਦੋਨੋਂ ਜਿਹੜੀਆਂ ਹੈਗੇ ਨੇ ਚਾਈਲਡ ਸੈਂਟਰਡ ਨੇ। ਤਾਂ ਕਰਕੇ ਹੀ ਜਿਹੜੇ ਸਟੂਡੈਂਟ ਨੇ ਉਹ ਇਸ ਦੇ ਵਿੱਚ ਐਕਟਿਵਲੀ ਪਾਰਟੀਸਪੇਟ ਹੁੰਦੇ ਨੇ ਲਰਨ ਕਰਨ ਦੇ ਲਈ। ਤਾਂ ਟੀਚਰ ਨੂੰ ਜਿਹੜਾ ਚਾਹੀਦਾ ਕਿ ਹਰ ਇੱਕ ਮੈਥਡ ਜਿਹੜਾ ਹੈਗਾ ਉਹ ਐਕਟੀਵਿਟੀ ਬੇਸਡ ਹੋਣਾ ਚਾਹੀਦਾ ਤਾਂ ਕਿ ਉਹਦੇ ਵਿੱਚ ਨੰਬਰ ਆਫ ਸਟੂਡੈਂਟਸ ਆ ਜਿਹੜੇ ਉਹ ਐਕਟਿਵਲੀ ਪਾਰਟੀਸਪੇਟ ਕਰ ਸਕਣ, ਉਹਨਾਂ ਦੀ ਟੀਚਿੰਗ ਦੇ ਟਾਈਮ ਕਲਾਸ ਦੇ ਵਿੱਚ ਇਨਵੋਲਵਮੈਂਟ ਹੈ ਜਿਹੜੀ ਉਹ ਹੋ ਸਕੇ। ਨੈਕਸਟ ਹੈਗਾ ਪ੍ਰਿੰਸੀਪਲ ਆਫ ਕੰਡਿਊਸਿਵ ਇਨਵਾਇਰਮੈਂਟ ਐਂਡ ਪ੍ਰੋਪਰ ਕੰਟਰੋਲ। ਤਾਂ ਨੈਕਸਟ ਪ੍ਰਿੰਸੀਪਲ ਦੇ ਵਿੱਚ ਉਹ ਗੱਲ ਕਰ ਰਹੇ ਨੇ ਕਿ ਦੀ ਟੀਚਰ ਸ਼ੁੱਡ ਕ੍ਰੀਏਟ ਸੱਚ ਆ ਕੰਡਿਊਸਿਵ ਇਨਵਾਇਰਮੈਂਟ ਸੋ ਦੈਟ ਇਟ ਬਿਕਮਸ ਅ ਮੋਟੀਵੇਟਿੰਗ ਫੈਕਟਰ ਆਫ ਲਰਨਿੰਗ। ਦੇਅਰ ਮਸਟ ਬੀ ਪ੍ਰੋਪਰ ਅਰੇਂਜਮੈਂਟ ਆਫ ਲਾਈਟ, ਫਰਨੀਚਰ ਐਂਡ ਅਦਰ ਨੀਡਫੁਲ ਰਿਸੋਰਸਿਸ। ਦੀ ਟੀਚਰ ਸ਼ੁੱਡ ਮੇਨਟੇਨ ਪ੍ਰੋਪਰ ਆਰਡਰ ਐਂਡ ਡਿਸਿਪਲਿਨ ਬਾਈ ਬੀਇੰਗ ਸਿੰਪੈਥਿਕ ਬਟ ਐਟ ਦੀ ਸੇਮ ਟਾਈਮ ਹੀ ਮਸਟ ਬੀ ਫਰਮ। ਤਾਂ ਉੱਥੇ ਇਹ ਗੱਲ ਕਰ ਰਹੇ ਨੇ ਕਿ ਜਿਹੜਾ ਟੀਚਰ ਆ ਉਹ ਕੰਡਿਊਸਿਵ ਮਤਲਬ ਕਿ ਐਕਚੁਅਲ ਇਨਵਾਇਰਮੈਂਟ ਵਧੀਆ ਜਿਹੜਾ ਵਾਤਾਵਰਨ ਹੈ ਕਲਾਸ ਦੇ ਵਿੱਚ ਕ੍ਰੀਏਟ ਕਰੇਗਾ। ਇਹਦੇ ਨਾਲ ਕੀ ਹੈ ਬੱਚੇ ਸਿੱਖਣ ਦੇ ਲਈ ਮੋਟੀਵੇਟ ਹੁੰਦੇ ਨੇ। ਤਾਂ ਸਭ ਤੋਂ ਪਹਿਲਾਂ ਟੀਚਰ ਨੂੰ ਕੀ ਕਰਨਾ ਚਾਹੀਦਾ ਕਲਾਸ ਦੇ ਵਿੱਚ ਪ੍ਰੋਪਰ ਲਾਈਟ, ਫਰਨੀਚਰ, ਠੀਕ ਹੈ, ਅਤੇ ਜਿਹੜੇ ਹੋਰ ਵੀ ਉਹਨਾਂ ਦੀ ਲੋੜੀਂਦੀਆਂ ਚੀਜ਼ਾਂ ਨੇ, ਬਲੈਕ ਬੋਰਡ ਹੋ ਗਿਆ, ਚੌਕ ਹੋ ਗਿਆ, ਇਹ ਹਰ ਇੱਕ ਚੀਜ਼ ਜਿਹੜੀ ਹੈਗੀ ਆ ਉੱਥੇ ਅਵੇਲੇਬਲ ਹੋਣੀ ਚਾਹੀਦੀ ਹੈ। ਅਤੇ ਜਿਹੜਾ ਟੀਚਰ ਹੈ ਉਹ ਪ੍ਰੋਪਰ ਆਰਡਰ ਦੇ ਵਿੱਚ ਅਤੇ ਡਿਸਿਪਲਿਨ ਦੇ ਵਿੱਚ ਇੱਕ ਸਿੰਪਥੀ ਦੇ ਵੇ ਦੇ ਨਾਲ ਜਿਹੜੀ ਕਲਾਸ ਨੂੰ ਹੈਗਾ ਉਹ ਅਟੈਂਡ ਕਰੇਗਾ। ਤਾਂ ਸੈਕਿੰਡ ਵਨ ਜਿਹੜੇ ਇਹਦੇ ਪ੍ਰਿੰਸੀਪਲ ਬਣਦੇ ਨੇ ਜਿਹੜੇ ਆਪਾਂ ਹੁਣ ਕਰ ਲਏ ਇਹ ਹੈਗੇ ਨੇ ਜਨਰਲ ਪ੍ਰਿੰਸੀਪਲਸ ਆਫ ਟੀਚਿੰਗ। ਦੈਨ ਹੈਗੇ ਨੇ ਸਾਈਕੋਲੋਜੀਕਲ ਪ੍ਰਿੰਸੀਪਲ ਆਫ ਟੀਚਿੰਗ। ਤਾਂ ਸਾਈਕੋਲੋਜੀ ਤੋਂ ਅਸੀਂ ਸਮਝ ਲੈਂਦੇ ਹਾਂ ਗੱਲ ਕਿ ਮਨੋਵਿਗਿਆਨ, ਕਿ ਬੱਚਿਆਂ ਦੀ ਬੱਚਿਆਂ ਦੀ ਸਾਈਕੋਲੋਜੀ ਨੂੰ ਧਿਆਨ ਵਿੱਚ ਰੱਖ ਕੇ ਪ੍ਰਿੰਸੀਪਲਸ ਬਣਾਏ ਗਏ ਨੇ ਕਿ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਮਨੋਵਿਗਿਆਨਿਕ ਸਿਧਾਂਤ। ਤਾਂ ਪਹਿਲਾ ਹੈਗਾ ਪ੍ਰਿੰਸੀਪਲ ਆਫ ਮੋਟੀਵੇਸ਼ਨ ਐਂਡ ਇੰਟਰਸਟ। ਤਾਂ ਬੱਚਿਆਂ ਨੂੰ ਦੇ ਵਿੱਚ ਪ੍ਰੇਰਨਾ ਪੈਦਾ ਕਰਨਾ ਅਤੇ ਇੰਟਰਸਟ, ਰੁਚੀ ਪੈਦਾ ਕਰਨਾ ਜਿਹੜਾ ਹੈਗਾ ਟੀਚਿੰਗ ਦਾ ਪਹਿਲਾ ਪ੍ਰਿੰਸੀਪਲ ਆ ਜਿਹੜਾ ਉਹ ਸਾਈਕੋਲੋਜੀ ਦਾ ਹੋਣਾ ਚਾਹੀਦਾ। ਜੇ ਬੱਚੇ ਸਿੱਖਣ ਦੇ ਲਈ ਮੋਟੀਵੇਟ ਨਹੀਂ ਹੈਗੇ ਤਾਂ ਕੋਈ ਵੀ ਟੀਚਰ ਉਹਨਾਂ ਨੂੰ ਸਿਖਾ ਨਹੀਂ ਸਕਦਾ। ਤਾਂ ਇੱਥੇ ਆਪਾਂ ਐਗਜ਼ਾਮਪਲ ਇਹ ਵੀ ਲੈ ਸਕਦੇ ਹਾਂ ਕਿ ਜੇ ਇੱਕ ਘੋੜੇ ਨੂੰ ਆਪਾਂ, ਇੱਕ ਹਾਰਸ ਨੂੰ ਆਪਾਂ ਜੇ ਵਾਟਰ ਦੇ ਕੋਲ ਲੈ ਕੇ ਚਲੇ ਜਾਂਦੇ ਹਾਂ ਕਿ ਪਾਣੀ ਪੀਣਾ ਇਹਨੇ, ਜੇ ਅਸੀਂ ਉਹਨੂੰ ਪਾਣੀ ਪੀਣ ਦੇ ਲਈ ਮੋਟੀਵੇਟ ਹੀ ਨਹੀਂ ਕਰਾਂਗੇ ਤਾਂ ਉਹ ਪਾਣੀ ਕਿਵੇਂ ਪੀਊਗਾ। ਤਾਂ ਸੇਮ ਚੀਜ਼ ਹੈ ਕਿ ਜੇ ਇੱਕ ਬੱਚਾ ਕਲਾਸ ਦੇ ਵਿੱਚ ਆ ਗਿਆ ਅਤੇ ਜੇ ਉਹਨੂੰ ਸਿੱਖਣ ਦੇ ਲਈ ਮੋਟੀਵੇਟ ਹੀ ਨਹੀਂ ਕੀਤਾ ਗਿਆ ਤਾਂ ਇੱਕ ਟੀਚਿੰਗ ਹੈ ਜਿਹੜੀ ਉਹ ਵਧੀਆ ਨਹੀਂ ਹੋ ਸਕਦੀ। ਨੈਕਸਟ ਹੈਗਾ ਪ੍ਰਿੰਸੀਪਲ ਆਫ ਰੈਪੀਟੇਸ਼ਨ ਐਂਡ ਐਕਸਰਸਾਈਜ਼। ਦੁਹਰਾਈ ਅਤੇ ਅਭਿਆਸ ਦਾ ਸਿਧਾਂਤ, ਕਿ ਕਲਾਸ ਦੇ ਵਿੱਚ ਜਿਹੜੀ ਹੈਗੀ ਆ ਟਾਈਮ ਟੂ ਟਾਈਮ ਰੈਪੀਟੀਸ਼ਨ, ਦੁਹਰਾਈ ਹੁੰਦੀ ਜਾਣੀ ਚਾਹੀਦੀ ਹੈ ਟੋਪਿਕ ਦੀ, ਜਿਹਦੇ ਨਾਲ ਕੀ ਹੈ ਵੈਲੂਏਸ਼ਨ ਵੀ ਵਧੀਆ ਹੋ ਜਾਂਦੀ ਹੈ ਕਿ ਬੱਚਿਆਂ ਨੂੰ ਕੀ ਸਮਝ ਆਇਆ। ਅਤੇ ਐਕਸਰਸਾਈਜ਼ ਜਿਹੜੀ ਹੈਗੀ ਆ ਅਭਿਆਸ ਵੀ ਹੁੰਦੇ ਜਾਣਾ ਚਾਹੀਦਾ ਹੈ, ਕਿਉਂਕਿ ਇੱਥੇ ਆਪਾਂ ਐਗਜ਼ਾਮਪਲ ਲੈ ਸਕਦੇ ਹਾਂ ਕਿ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ, ਕਿ ਜਿਹੜਾ ਅਭਿਆਸ ਹੈ, ਜਿਹੜੀ ਪ੍ਰੈਕਟਿਸ ਹੈ ਉਹ ਬੱਚਿਆਂ ਨੂੰ ਜਿਹੜੀ ਹੈਗੀ ਆ
ਇੱਕ ਵਧੀਆ ਇਨਸਾਨ ਬਣਾ ਸਕਦੀ ਹੈ। ਤਾਂ ਬਾਰ-ਬਾਰ ਉਹਨਾਂ ਦੀ ਜਿਹੜੀ ਹੈਗੀ ਟੌਪਿਕ ਨੂੰ ਲੈ ਕੇ ਪ੍ਰੈਕਟਿਸ ਹੁੰਦੇ ਰਹਿਣੀ ਚਾਹੀਦੀ ਹੈ। ਨੈਕਸਟ ਹੈਗਾ ਪ੍ਰਿੰਸੀਪਲ ਆਫ ਚੇਂਜ, ਰੈਸਟ ਐਂਡ ਰੀਕ੍ਰੀਏਸ਼ਨ। ਤਾਂ ਇੱਥੇ ਉਹ ਗੱਲ ਕਰ ਰਹੇ ਨੇ ਕਿ ਥੋੜ੍ਹੇ ਮਤਲਬ ਕਿ ਬਦਲਾਵ ਅਤੇ ਜਿਹੜਾ ਹੈਗਾ ਰੈਸਟ, ਆਰਾਮ ਦਾ ਜਿਹੜਾ ਹੈ ਆਰਾਮ ਅਤੇ ਮਨੋਰੰਜਨ। ਰੀਕ੍ਰੀਏਸ਼ਨ ਹੁੰਦਾ ਮਨੋਰੰਜਨ, ਮਤਲਬ ਕਿ ਆਪਣਾ ਜਿਹੜਾ ਹੈਗਾ ਬੱਚਿਆਂ ਦੇ ਨਾਲ ਐਵੇਂ ਦਾ ਮਤਲਬ ਕਿ ਕੁਛ ਕੁ ਜਿਹੜਾ ਹੈ ਕਲਾਸ ਦੇ ਵਿੱਚ ਵਧੀਆ ਕ੍ਰੀਏਟ ਕਰਨਾ, ਕੁਛ ਐਵੇਂ ਦੀਆਂ ਗੱਲਾਂ, ਠੀਕ ਹੈ। ਤਾਂ ਇੱਥੇ ਉਹ ਗੱਲ ਕਰ ਰਹੇ ਨੇ ਕਿ ਇਹ ਨਹੀਂ ਹੈ ਵੀ ਜੇ ਟੀਚਰ ਕਲਾਸ ਦੇ ਵਿੱਚ ਪੜ੍ਹਾਈ ਜਾ ਰਿਹਾ ਉਹਦੀ ਆਵਾਜ਼ ਦੇ ਵਿੱਚ, ਉਹਦੇ ਪੜ੍ਹਾਉਣ ਦੇ ਵਿੱਚ ਕੋਈ ਚੇਂਜ ਨਹੀਂ ਆ ਰਿਹਾ, ਤਾਂ ਉਹ ਇੱਕ ਵਧੀਆ ਟੀਚਿੰਗ ਨਹੀਂ ਹੋ ਸਕਦੀ। ਤਾਂ ਇਸ ਤਰੀਕੇ ਦੇ ਨਾਲ ਜਦੋਂ ਕਲਾਸ ਦੇ ਵਿੱਚ ਲਗਾਤਾਰ ਬੱਚਾ ਟੀਚਰ ਪੜ੍ਹਾਉਂਦਾ ਤਾਂ ਬੱਚੇ ਥੱਕ ਜਾਂਦੇ ਆ। ਤਾਂ ਉਹਨਾਂ ਦੀ ਥਕਾਵਟ ਨੂੰ ਦੂਰ ਕਰਨ ਦੇ ਲਈ, ਠੀਕ ਹੈ, ਉਹਨਾਂ ਨੂੰ ਰੈਸਟ ਕਰਵਾਉਣੀ ਚਾਹੀਦੀ ਹੈ। ਜੇ ਬੱਚੇ ਬੋਰ ਹੋ ਜਾਂਦੇ ਆ ਤਾਂ ਉਹਨਾਂ ਦੀ ਮੋਨੋਟਨੀ ਨੂੰ ਦੂਰ ਕਰਨ ਦੇ ਲਈ ਕੁਛ ਐਵੇਂ ਦਾ ਕ੍ਰੀਏਟ ਕਰਨਾ ਚਾਹੀਦਾ, ਕੁਛ ਐਵੇਂ ਦੀਆਂ ਐਗਜ਼ਾਮਪਲਸ ਲੈਣੀਆਂ ਚਾਹੀਦੀਆਂ ਨੇ ਜਿਨ੍ਹਾਂ ਦੇ ਨਾਲ ਬੱਚੇ ਦਾ ਜਿਹੜਾ ਮਨੋਰੰਜਨ ਆ ਉਹ ਹੋ ਸਕੇ ਅਤੇ ਬੱਚੇ ਫਿਰ ਵਧੀਆ ਤਰੀਕੇ ਨਾਲ ਸਿੱਖਦੇ ਆ। ਨੈਕਸਟ ਹੈਗਾ ਪ੍ਰਿੰਸੀਪਲ ਆਫ ਫੀਡਬੈਕ ਐਂਡ ਰੀਇਨਫੋਰਸਮੈਂਟ। ਤਾਂ ਇੱਥੇ ਹੈਗਾ ਪ੍ਰਤੀਪੁਸ਼ਟੀਕਰਨ ਅਤੇ ਪੁਸ਼ਟੀਕਰਨ ਦਾ ਜਿਹੜਾ ਪੁਨਰਬਲਨ ਦਾ ਸਿਧਾਂਤ ਕੰਮ ਕਰਦਾ। ਬੱਚਿਆਂ ਤੋਂ ਫੀਡਬੈਕ ਲੈਣੀ ਚਾਹੀਦੀ ਹੈ, ਬੱਚੇ ਵਧੀਆ ਆਨਸਰ ਦੇ ਰਹੇ ਨੇ ਅਤੇ ਨਾਲ ਨਾਲ ਉਹਨਾਂ ਦਾ ਪੁਨਰਬਲਨ ਵੀ ਜਿਹੜਾ ਉਹ ਕਰਨਾ ਚਾਹੀਦਾ। ਫੋਰ ਐਗਜ਼ਾਮਪਲ ਕਿ ਜੇ ਬੱਚੇ ਤੋਂ ਆਨਸਰ ਕਿਸੇ ਟੀਚਰ ਨੇ ਕੋਈ ਕੁਐਸਚਨ ਪੁੱਟ ਕੀਤਾ ਹੈ, ਬੱਚਾ ਉਹਦਾ ਆਨਸਰ ਕਰ ਰਿਹਾ ਤਾਂ ਟੀਚਰ ਨੂੰ ਉਹਦੇ ਨਾਲ ਐਕਸੀਲੈਂਟ, ਵੈਰੀ ਗੁੱਡ ਐਵੇਂ ਦੇ ਸ਼ਬਦਾਂ ਦੇ ਨਾਲ ਰੀਇਨਫੋਰਸਮੈਂਟ ਕਰਨੀ ਚਾਹੀਦੀ ਹੈ। ਕਿਉਂਕਿ ਜਿਹੜੀ ਪ੍ਰਸ਼ੰਸਾ ਹੈ ਨਾ, ਜਿਹੜੀ ਪ੍ਰੇਜ਼ ਆ ਬੱਚੇ ਦੀ, ਠੀਕ ਹੈ, ਬੱਚੇ ਦੀ ਜਦੋਂ ਟੀਚਰ ਦੁਆਰਾ ਪ੍ਰੇਜ਼ ਕੀਤੀ ਜਾਂਦੀ ਤਾਂ ਬੱਚਾ ਹੋਰ ਵਧੀਆ ਤਰੀਕੇ ਨਾਲ ਸਿੱਖਣ ਦੀ ਕੋਸ਼ਿਸ਼ ਕਰਦਾ। ਤਾਂ ਇਸ ਤੋਂ ਬਿਨਾਂ ਜੇ ਕੋਈ ਆਪਾਂ ਲਗਾ ਲਈਏ ਕਿ ਕੋਈ ਐਗਜ਼ਾਮ ਵਗੈਰਾ ਲੈ ਰਹੇ ਹਾਂ ਆਪਾਂ ਫੀਡਬੈਕ ਦੇ ਲਈ, ਤਾਂ ਉੱਥੇ ਬੱਚਿਆਂ ਨੂੰ ਜਿਹੜੇ ਹੈਗੇ ਨੇ ਪ੍ਰਾਈਜ਼ਸ ਵੀ ਅਸੀਂ ਜਿਹੜੇ ਹੈਗੇ ਉਹ ਕੋਈ ਟਰੋਫੀ ਹੋ ਗਈ ਦੇ ਸਕਦੇ ਹਾਂ। ਨੈਕਸਟ ਹੈਗਾ ਪ੍ਰਿੰਸੀਪਲ ਆਫ ਸਿੰਪਥੀ ਐਂਡ ਕੋਆਪਰੇਸ਼ਨ। ਇਹਦੇ ਵਿੱਚ ਉਹ ਗੱਲ ਕਰ ਰਹੇ ਨੇ ਹਮਦਰਦੀ ਅਤੇ ਸਹਿਯੋਗ ਦਾ ਸਿਧਾਂਤ ਹੈ ਇਹ। ਜਿੱਥੇ ਟੀਚਰ ਨੂੰ ਲੱਗਦਾ ਹੈ ਕਿ ਇੱਥੇ ਬੱਚੇ ਨੂੰ ਮੇਰੀ ਹਮਦਰਦੀ ਦੀ ਲੋੜ ਹੈ ਜਾਂ ਮੇਰੇ ਸਹਿਯੋਗ ਦੀ ਲੋੜ ਹੈ, ਅਤੇ ਟੀਚਰ ਨੂੰ ਟੀਚਿੰਗ ਕਰਦੇ ਹੋਏ ਕਲਾਸ ਦੇ ਵਿੱਚ ਬੱਚੇ ਦੇ ਨਾਲ ਹਮਦਰਦੀ ਵਾਲਾ ਵਤੀਰਾ ਜਿਹੜਾ ਉਹ ਕਰਨਾ ਚਾਹੀਦਾ। ਨੈਕਸਟ ਹੈਗਾ ਪ੍ਰਿੰਸੀਪਲ ਆਫ ਪ੍ਰੋਵਾਈਡਿੰਗ ਟ੍ਰੇਨਿੰਗ ਐਂਡ ਸੈਂਸਸ। ਜਿਹੜੀਆਂ ਸਾਡੀਆਂ 5 ਸੈਂਸਸ ਹੁੰਦੀਆਂ ਨੇ, ਗਿਆਨ ਇੰਦਰੀਆਂ, ਉਹਨਾਂ ਦਾ ਅਸੀਂ ਕਿਵੇਂ ਯੂਜ਼ ਕਰਨਾ, ਉਹਨਾਂ ਦੀ ਜਿਹੜੀ ਟ੍ਰੇਨਿੰਗ ਆ ਉਹ ਟੀਚਰ ਦੁਆਰਾ ਕਲਾਸ ਦੇ ਵਿੱਚ ਪ੍ਰੋਵਾਈਡ ਕੀਤੀ ਜਾਵੇਗੀ। ਕਿਉਂਕਿ ਜਦੋਂ ਇਹਨਾਂ ਦਾ ਸਹੀ ਯੂਜ਼ ਕਰਨਾ ਟੀਚਰ ਦੁਆਰਾ ਸਿਖਾਇਆ ਜਾਂਦਾ ਤਾਂ ਬੱਚੇ ਵਧੀਆ ਸਿੱਖਦੇ ਆ। ਬਟ ਜੇ ਇਹਨਾਂ ਦਾ ਸਹੀ ਯੂਜ਼ ਕਰਨਾ ਨਾ ਸਿਖਾਇਆ ਜਾਵੇ ਤਾਂ ਬੱਚੇ ਫਿਰ ਕੀ ਹੈ, ਇਹਨਾਂ ਦਾ ਯੂਜ਼ ਗਲਤ ਤਰੀਕੇ ਨਾਲ ਕਰਕੇ ਗਲਤ ਗੱਲਾਂ ਸਿੱਖਦੇ ਨੇ। ਤਾਂ ਉੱਥੇ ਅਸੀਂ ਜਿਵੇਂ ਮਹਾਤਮਾ ਗਾਂਧੀ ਦਾ ਐਗਜ਼ਾਮਪਲ ਲੈ ਸਕਦੇ ਹਾਂ ਕਿ ਬੁਰਾ ਨਾ ਦੇਖੋ, ਬੁਰਾ ਨਾ ਸੁਣੋ, ਬੁਰਾ ਨਾ ਬੋਲੋ। ਤਾਂ ਇਹ ਚੀਜ਼ ਕਿਉਂ ਕਹੀ ਗਈ ਹੈ ਕਿ ਅਸੀਂ ਨਾ ਹੀ ਤਾਂ ਕਿਸੇ ਦੀ ਕੋਈ ਬੁਰੀ ਗੱਲ ਸੁਣਨੀ ਹੈ, ਅਤੇ ਇਹ ਚੀਜ਼ਾਂ ਕਲਾਸ ਦੇ ਵਿੱਚ ਟੀਚਰ ਦੁਆਰਾ ਟੀਚ ਕਰਵਾਈਆਂ ਜਾਂਦੀਆਂ ਨੇ। ਨੈਕਸਟ ਹੈਗਾ ਪ੍ਰਿੰਸੀਪਲ ਆਫ ਯੂਟੀਲਾਈਜ਼ਿੰਗ ਗਰੁੱਪ ਡਾਇਨਾਮਿਕਸ। ਇੱਥੇ ਅਸੀਂ ਕਰ ਰਹੇ ਹਾਂ ਗੱਲ ਸਮੂਹ ਦੀ, ਤੁਹਾਡੇ ਪੀਅਰ ਗਰੁੱਪ ਦੀ। ਤਾਂ ਟੀਚਰ ਨੂੰ ਜਿਹੜਾ ਹੈਗਾ ਕਲਾਸ ਦੇ ਵਿੱਚ ਗਰੁੱਪ ਸਟੱਡੀ ਕਰਨ ਦੇ ਲਈ ਬੱਚਿਆਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ। ਕਿਉਂਕਿ ਜੇ ਬੱਚੇ ਕਲਾਸ ਦੇ ਵਿੱਚ ਗਰੁੱਪਿਜ਼ਮ ਦੇ ਵਿੱਚ ਰਹਿਣਗੇ ਤਾਂ ਪਹਿਲਾਂ ਉਹਨਾਂ ਦੇ ਵਿੱਚ ਐਡਜਸਟਮੈਂਟ ਹੁੰਦੀ ਹੈ, ਠੀਕ ਹੈ, ਫਿਰ ਬ੍ਰਦਰਹੁੱਡ ਫੀਲਿੰਗਸ ਆ ਜਿਹੜੀਆਂ ਉਹ ਇਨਕਰੀਜ਼ ਹੁੰਦੀਆਂ ਨੇ, ਤਾਂ ਜਿਹਦੇ ਨਾਲ ਕੀ ਹੈ ਬੱਚੇ ਈਜ਼ੀਲੀ ਕੀ ਹੈ ਟੌਪਿਕ ਨੂੰ ਅੰਡਰਸਟੈਂਡ ਕਰ ਲੈਂਦੇ ਆ। ਨੈਕਸਟ ਹੈਗਾ ਪ੍ਰਿੰਸੀਪਲ ਆਫ ਇਨਕਰੇਜਿੰਗ ਸੈਲਫ ਲਰਨਿੰਗ। ਤਾਂ ਇੱਥੇ ਉਹ ਗੱਲ ਕਰ ਰਹੇ ਨੇ ਕਿ ਟੀਚਰ ਨੂੰ ਕਲਾਸ ਦੇ ਵਿੱਚ ਬੱਚਿਆਂ ਨੂੰ ਸੈਲਫ ਲਰਨਿੰਗ ਕਰਨ ਦੇ ਲਈ ਜਿਹੜਾ ਹੈਗਾ ਮੋਟੀਵੇਟ ਕਰਨਾ ਚਾਹੀਦਾ। ਟੀਚਰ ਨੂੰ ਖੁਦ ਕੁਛ ਵੀ ਬਣਾ ਕੇ ਬੱਚਿਆਂ ਨੂੰ ਨਹੀਂ ਦੇਣਾ ਚਾਹੀਦਾ, ਸਪੂਨ ਫੀਡਿੰਗ ਨਹੀਂ ਦੇਣੀ ਚਾਹੀਦੀ ਕਿ ਨੋਟਸ ਹੋ ਗਏ ਬੱਚਿਆਂ ਨੂੰ ਪ੍ਰੋਵਾਈਡ ਕਰਤੇ, ਉਹਦੇ ਨਾਲ ਬੱਚੇ ਕੀ ਹੈ ਨੀਰਸ ਹੋ ਜਾਂਦੇ ਨੇ। ਬੱਚਿਆਂ ਦੀ ਐਕਟਿਵ ਪਾਰਟੀਸਪੇਸ਼ਨ ਦੇ ਲਈ ਜਿਹੜਾ ਟੀਚਰ ਆ ਉਹ ਬੱਚਿਆਂ ਨੂੰ ਸੈਲਫ ਲਰਨਿੰਗ ਦੇ ਲਈ ਮੋਟੀਵੇਟ ਕਰੇਗਾ। ਨੈਕਸਟ ਹੈਗਾ ਪ੍ਰਿੰਸੀਪਲ ਆਫ ਫੋਸਟਰਿੰਗ ਕ੍ਰੀਏਟੀਵਿਟੀ ਐਂਡ ਸੈਲਫ ਐਕਸਪ੍ਰੈਸ਼ਨ। ਬੱਚਿਆਂ ਨੂੰ ਸਿਰਜਣਾਤਮਕਤਾ ਬੱਚਿਆਂ ਦੇ ਵਿੱਚ ਪੈਦਾ ਕਰਨੀ ਚਾਹੀਦੀ ਹੈ। ਉਹਨਾਂ ਨੂੰ ਕੁਛ ਅਜਿਹੀਆਂ ਐਕਟੀਵਿਟੀਜ਼, ਅਜਿਹੇ ਟੌਪਿਕ ਦੇਣੇ ਚਾਹੀਦੇ ਨੇ ਜਿਨ੍ਹਾਂ ਦੇ ਵਿੱਚ ਉਹ ਖੁਦ ਆਪਦੇ ਕੋਲੋਂ ਮਟੀਰੀਅਲ ਰੈਡੀ ਕਰਕੇ ਜਿਹੜੇ ਹੈਗੇ ਨੇ ਇੱਕ ਕ੍ਰੀਏਟਿਵ ਸਟੂਡੈਂਟ ਆ ਜਿਹੜੇ ਉਹ ਬਣ ਸਕਦੇ ਆ। ਨੈਕਸਟ ਹੈਗਾ ਪ੍ਰਿੰਸੀਪਲ ਆਫ ਰਿਮੀਡੀਅਲ ਟੀਚਿੰਗ। ਤਾਂ ਇੱਥੇ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜੀਆਂ ਰਿਮੀਡੀਅਲ ਕਲਾਸਿਸ ਜਿਵੇਂ ਲੱਗਦੀਆਂ ਨੇ, ਤਾਂ ਜਿਹੜੇ ਬੱਚੇ ਸਬਜੈਕਟ ਦੇ ਵਿੱਚ ਕਿਸੇ ਦੇ ਵਿੱਚ ਵੀ ਵੀਕ ਨੇ ਜਾਂ ਪਿੱਛੇ ਰਹਿ ਚੁੱਕੇ ਨੇ, ਉਹਨਾਂ ਬੱਚਿਆਂ ਦੀਆਂ ਦੁਬਾਰਾ ਤੋਂ ਕਲਾਸਿਸ ਲਗਾਉਣੀਆਂ, ਉਹਨਾਂ ਨੂੰ ਐਕਸਟਰਾ ਕਲਾਸਿਸ ਦੇ ਕੇ ਬੱਚਿਆਂ ਨੂੰ ਕਲਾਸ ਦੇ ਵਿੱਚ ਟੀਚ ਕਰਵਾਉਣਾ, ਤਾਂ ਕਿ ਉਹ ਬੱਚੇ ਜਿਹੜੇ ਹੈਗੇ ਨੇ ਮਤਲਬ ਕਿ ਅਬਵ ਐਵਰੇਜ ਬੱਚੇ ਨੇ, ਐਕਸੀਲੈਂਟ ਸਟੂਡੈਂਟਸ ਨੇ, ਉਹਨਾਂ ਤੋਂ ਜਿਹੜਾ ਪਿੱਛੇ ਉਹ ਨਾ ਰਹਿ ਜਾਣ। ਅਤੇ ਜਿਹੜੀਆਂ ਰਿਮੀਡੀਅਲ ਕਲਾਸਿਸ ਹੁੰਦੀਆਂ ਨੇ ਇਹ ਐਵਰੇਜ ਸਟੂਡੈਂਟਸ ਜਾਂ ਸਲੋ ਲਰਨਰ ਦੇ ਲਈ ਜਿਹੜੀਆਂ ਨੇ ਲਗਾਈਆਂ ਜਾ ਸਕਦੀਆਂ ਨੇ। ਤਾਂ ਇਹ ਸੀਗੇ ਆਪਣੇ ਪ੍ਰਿੰਸੀਪਲ ਆਫ ਟੀਚਿੰਗ। ਤਾਂ ਨੈਕਸਟ ਆਪਾਂ ਜਿਹੜਾ ਟੌਪਿਕ ਕਰਾਂਗੇ ਉਹ ਕਰਾਂਗੇ ਮੈਕਸਿਮਸ ਆਫ ਟੀਚਿੰਗ। ਤਾਂ ਹੁਣ ਤੱਕ ਦੇ ਲਈ ਇੰਨਾ ਹੀ। ਜਿਨ੍ਹਾਂ ਨੇ ਮੇਰਾ ਚੈਨਲ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਟੌਪਿਕ ਨੇ BEd ਅਤੇ BA ਦੇ, ਇਹਨਾਂ ਦੇ ਰਿਗਾਰਡਿੰਗ ਆਪਾਂ ਹਰ ਦਿਨ ਨਵੀਂ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ। ਤਾਂ ਹੁਣ ਤੱਕ ਦੇ ਲਈ ਇੰਨਾ ਹੀ। ਥੈਂਕ ਯੂ।